ਵਿਊਅਰਸ ਵੈਲਕਮ ਬੈਕ ਨਾउ ਪ੍ਰੋਗਰਾਮ ਵਿਊਅਰਸ ਹੁਣ ਆਪਾਂ ਐਂਡ ਵਾਲੀ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਸਟੈਨਫੋਰਡ ਵੱਲੋਂ ਜਾਰੀ ਸੰਸਾਰ ਦੇ ਟੌਪ ਸਾਇੰਟਿਸਟ ਵਿੱਚੋਂ ਜਿਹੜੇ 81 ਜਿਹੜੇ ਹੈਗੇ ਨੇ ਪਾਕਿਸਤਾਨੀ ਸਾਇੰਟਿਸਟ ਹਨ, ਜਿਹੜੇ ਕੁੱਲ ਗਿਣਤੀ ਜਾਂ ਜਿਹੜਾ ਹਿੱਸਾ ਨੇ 2% ਬਣਦਾ ਹੈ। ਇਹ ਪਾਕਿਸਤਾਨ ਲਈ ਬੜੇ ਮਾਣ ਵਾਲੀ ਗੱਲ ਹੈ। ਪਰ ਦੂਸਰਾ ਅਫਸੋਸਨਾਕ ਪਹਿਲੂ ਇਹ ਹੈ ਕਿ UN ਦੀ ਰਿਪੋਰਟ ਅਨੁਸਾਰ ਪਾਕਿਸਤਾਨ ਵਿੱਚ ਇਸ ਵੇਲੇ ਲਗਭਗ 76 ਲੱਖ ਡਰੱਗ ਐਡਿਕਟ ਹਨ ਅਤੇ 40,000 ਨਵੇਂ ਡਰੱਗ ਐਡਿਕਟ ਹਰ ਸਾਲ ਇਸ ਲਿਸਟ ਵਿੱਚ ਡਾਏ ਵਾਧਾ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? देखो आज़ादी और आज़ाद मुल्क दियां की नेमतां हुंदियां ने। पिछले 72-73 साल च बेशक पाकिस्तान बहुत सारे चैलेंजिस चों गुजरिया, किवें उन्होंने कंडियां तो नाल फाइलां नत्थी करन तो पेपर नत्थी करन तो काम शुरू किया जो न्यूक्लीयर पावर है। ਇਹਦੇ ਬਾਵਜੂਦ ਕਿ ਭਾਰਤ ਨੇ ਕਿਵੇਂ ਇੱਕ ਤੋਂ ਬਾਅਦ ਇੱਕ ਜੰਗ ਮੁਸੱਲਤ ਕੀਤੀ ਪਾਕਿਸਤਾਨ ਦੇ ਉੱਤੇ, ਇਹਦੇ ਬਾਵਜੂਦ ਪਾਕਿਸਤਾਨ ਜਿਹੜਾ ਉਹ ਨਾ ਸਿਰਫ ਸਰਵਾਈਵ ਕੀਤਾ ਹੈ, ਆਪਣੇ ਪੈਰਾਂ ਦੇ ਉੱਤੇ ਵੀ ਹੈ। ਔਰ ਈਵਨ ਕੋਵਿਡ-19 ਦੇ ਹਵਾਲੇ ਨਾਲ ਵੀ ਪਾਕਿਸਤਾਨ ਦੀ ਇਕਨੋਮੀ, ਉਹਨਾਂ ਦੀ ਟੈਕਸਟਾਈਲ ਇੰਡਸਟਰੀ, ਕੰਸਟਰਕਸ਼ਨ ਇੰਡਸਟਰੀ ਬੜੀ ਤੇਜ਼ੀ ਨਾਲ ਬੂਮ ਬੈਕ ਕਰ ਰਹੀ ਹੈ। ਔਰ ਮੈਂ ਇਹ ਸਮਝਦਾ ਹਾਂ ਵੀ ਜਦੋਂ ਅਸੀਂ ਇੰਡੀਅਨ ਡਾਕਟਰਸ ਐਸੋਸੀਏਸ਼ਨ ਦੇਖਦੇ हैं कि उन्होंने इन्ने हज़ार मैंबर ने ते नाल दे नाल बराबर पाकिस्तान मैडिकल डॉक्टर्स एसोसीएशन भी है जिन्हों के लगभग उन्ने ही होंगे ने। मैनूं लगता है कि भी जे इन्हां दे कोल मुल्क ना हुंदा ते जो हाल बेघरियां दा हुंदा है जां जो भारत दे मुसलमानां दा कीता होया 200 मिलियन दा, जिहड़े दलितां तो भी थल्ले, शूदरां तो भी थल्ले जिहड़ा उन्हां दा हाल है, यही हाल ਇਹਨਾਂ ਦਾ ਹੋਣਾ ਸੀ। ਔਰ ਮੈਂ ਜਦੋਂ ਇਹ ਮੀਡੀਆ ਰਿਪੋਰਟ ਦੇਖੀ ਇਹਨਾਂ ਦੇ ਉਸ ਡੌਨ ਦੀ ਸਟੋਰੀ ਹੈ ਐਕਸਪ੍ਰੈਸ ਟ੍ਰਿਬਿਊਨ ਦੀ, 81 ਪਾਕਿਸਤਾਨੀਜ਼ ਅਮੰਗ ਵਰਲਡਸ ਟੌਪ 2% ਸਾਇੰਟਿਸਟ। ਔਰ ਇਹ ਜਿਹੜੀ ਰਿਪੋਰਟ ਹੈ ਯੂਨਾਈਟਿਡ ਸਟੇਟਸ ਦੀ ਸਟੈਨਫੋਰਡ ਯੂਨੀਵਰਸਿਟੀ ਨੇ ਕੱਢੀ ਹੈ। ਔਰ ਉਹਦੇ 'ਚ ਉਹਨਾਂ ਨੇ ਗਲੋਬਲ ਲਿਸਟ ਕੰਪਾਈਲਡ ਬਾਈ ਪ੍ਰੋਫੈਸਰ ਜੌਨ ਲੋਨਿਡਸ ਐਂਡ ਹਿਸ ਟੀਮ carries names of 159,683 people from all scientific disciplines। ਉਹਨਾਂ ਦਾ ਆਪਣਾ ਕ੍ਰਾਈਟੇਰੀਆ ਹੁੰਦਾ ਹੈ ਔਰ 1,59,683 ਜਿਹੜੇ ਲੋਕ ਨੇ ਉਹਨਾਂ ਚੋਂ ਜਿਹੜਾ ਹੈ ਉਹਨਾਂ ਨੇ ਇੰਟਰਨੈਸ਼ਨਲ ਐਵੈਲੂਏਸ਼ਨ ਕੀਤੀ ਬੇਸਡ ਔਨ ਰਿਸਰਚ ਪੇਪਰਸ ਐਂਡ ਕਲਾਸੀਫਾਈਡ ਬੇਸਡ ਔਨ ਕਰੀਅਰ ਲੌਂਗ ਸਾਇੰਟੇਸ਼ਨ ਇੰਪੈਕਟ ਅੰਟਿਲ ਦ ਐਂਡ ਆਫ 2019। और ये 2019 तक ਜਿਹੜੇ रिसर्च पेपर ਜਾਂ ਜੋ ਉਹਦੇ ਤੇ ਆਧਾਰਿਤ ਨੇ 81 ਪਾਕਿਸਤਾਨੀ scientists have figured in the list for their career long citation impact, while 243 Pakistani scientists have been included for citation impact in a single year। और ये PLOS बायोलॉजी ने ये रिपोर्ट जारी की है। हालांकि ਉਹਦੇ 'ਚ ਅੱਗੋਂ ਡੀਟੇਲ ਹੈ ਕਿ 11 ਟੀਚਰਸ ਇਸਲਾਮਾਬਾਦ ਦੀ ਕਾਇਦੇ ਆਜ਼ਮ ਯੂਨੀਵਰਸਿਟੀ ਦੇ ਨੇ ਔਰ ਬਾਕੀ ਕਿੱਥੋਂ ਕਿੱਥੋਂ ਨੇ। ਔਰ ਇਸ ਦੇ ਉੱਤੇ ਜਿਹੜੀ ਹੈ ਸਟਾਫ ਐਸੋਸੀਏਸ਼ਨ ਜਨਰਲ ਸੈਕਟਰੀ APP ਦੇ ਉਹਨਾਂ ਨੇ ਕਿਹਾ ਡਾਕਟਰ ਬਿਲਾਲ ਨੇ, ਜਿਨ੍ਹਾਂ ਦਾ ਨਾਮ ਵੀ ਇਹਦੇ 'ਚ ਹੈ ਕਿ ਇਟ ਇਜ਼ ਐਨ ਆਨਰ ਫॉर द एंटायर कंट्री that a number of Pakistani scientists working in different universities have been named in top 2% scientists across the globe। ਹੁਣ ਇਹ ਤਾਂ ਹੋਈ ਫਖਰ ਵਾਲੀ ਗੱਲ। ਇੱਕ ਪਾਕਿਸਤਾਨ ਦਾ ਟਾਕ ਸ਼ੋ ਸੁਣਦੇ ਆ ਮੈਂ, ਇਹ ਮੈਨੂੰ ਨਹੀਂ ਸੀ ਇਹ ਕਿ ਵੀ ਪਾਕਿਸਤਾਨ 'ਚ ਵੀ ਜਿਹੜੀ ਡਰੱਗ ਐਡਿਕਸ਼ਨ ਹੈ ਉਹ ਸੱਚਮੁੱਚ ਕਿਉਂਕਿ ਅਸੀਂ ਜਦੋਂ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਡਰੱਗ ਇਨਫਲਕਸ ਦੇਖਦੇ ਹਾਂ, ਜ਼ਾਹਰ ਹੈ ਇਹ ਤਾਂ ਇੱਕ ਵੈਪਨ ਹੈ ਜਿਹੜਾ ਇੰਡੀਅਨ ਏਜੰਸੀਆਂ ਵਰਤ ਰਹੀਆਂ ਨੇ ਕਿ ਕਿਵੇਂ ਉਹਨਾਂ ਨੇ ਪੰਜਾਬ ਦੇ 12,500 ਪਿੰਡਾਂ 'ਚ ਇੰਡੀਅਨ ਆਕੂਪਾਈਡ ਪੰਜਾਬ 'ਚ ਉਹਦੀ ਇੱਕ ਚੇਨ ਬਣਾਈ ਹੈ ਜਿਹਦੇ 'ਚ ਬਹੁਤ ਸਾਰੇ ਪੈਸਾ ਇਨਵੋਲਵ ਹੈ। ਸੋ ਉਹਦੇ 'ਚ ਪੋਲੀਟੀਸ਼ੀਅਨ ਵੀ, ਬਿਊਰੋਕਰੈਟ ਵੀ, ਪੁਲਿਸ ਵੀ ਔਰ ਗ੍ਰਾਸ ਰੂਟ ਲੈਵਲ ਤੱਕ ਅਸੀਂ ਉਹਨੂੰ ਹਮੇਸ਼ਾ ਹੀ ਡਰੱਗ ਵਾਰਫੇਅਰ ਕਹਿੰਦੇ ਆ ਜਿਹੜੀ ਉਹਨਾਂ ਨੇ ਪੰਜਾਬ ਦੇ ਉੱਤੇ ਝੋਕੀ ਹੋਈ ਹੈ। ਪਰ ਜਦੋਂ ਮੈਂ ਉਸ ਸ਼ੋਅ ਦੇ ਹਵਾਲੇ ਨਾਲ ਇੱਕ UN ਦੀ ਰਿਪੋਰਟ ਦਾ ਹਵਾਲਾ ਵੀ ਦੇਖਿਆ ਕਿ ਪਾਕਿਸਤਾਨ 'ਚ ਵੀ ਖਾਸ ਤੌਰ 'ਤੇ ਕਾਲਜਾਂ, ਸਕੂਲਾਂ, ਯੂਨੀਵਰਸਿਟੀਆਂ 'ਚ ਔਰ ਆਮ ਲੋਕਾਂ 'ਚ ਡਰੱਗ ਪ੍ਰੋਬਲਮ, ਪਾਕਿਸਤਾਨ 'ਚ ਸ਼ਰਾਬਬੰਦੀ ਹੈ, शराबी तो नहीं पर दूसरिया ड्रग्स किस हद तक चलिया गई हैं। और उदी ये है कि इन पाकिस्तान
the total number of drug addicts as per a UN report is 7.6 million. ਹੁਣ 7.8 ਮਿਲੀਅਨ ਦਾ ਮਤਲਬ ਹੈ 76 ਲੱਖ ਲੋਕ ਜਿਹੜੇ ਨੇ UN ਦੀ ਰਿਪੋਰਟ ਦੇਖੋ। ਦੇ ਮੁਤਾਬਕ where 78% are male, 78% ਮੇਲ ਨੇ, ਅੱਛਾ। while rest 22% are female। ਇਹ ਹੋਰ ਵੀ ਵਰੀਸਾਮ, ਮਤਲਬ ਹੁਣ ਜਿਸ ਤਹਿਜ਼ੀਬ ਦੇ ਵਿੱਚ ਹਿਜਾਬ ਹੈ ਔਰ ਉਸ ਸਾਰੇ ਦੀ ਅਸੀਂ ਗੱਲ ਕਰਦੇ ਹਾਂ, ਅਸੀਂ ਆਪਣਾ ਪਾਸਾ ਤਾਂ ਦੇਖ ਰਹੇ ਹਾਂ, ਸਾਡੇ ਤਾਂ 20 ਬੱਚੀਆਂ ਇਨਵੋਲਵ ਨੇ ਜਿਹੜੀਆਂ ਡਰਗ ਐਡਿਕਟ ਇਹਨਾਂ ਨੇ ਕਾਲਜਾਂ ਯੂਨੀਵਰਸਿਟੀਆਂ 'ਚ ਬਣਾਈਆਂ, ਔਰ ਇਹ 22% ਫੀਮੇਲ ਨੇ। ਔਰ ਗੱਲ ਇੱਥੇ ਨਹੀਂ ਰੁਕਦੀ, the number of these addicts is increasing at the rate of 40,000 per year, making Pakistan one of the most drug affected countries in the world। Drug usage is increasing day by day ਕਿ 40,000 ਨਵੇਂ ਐਡਿਕਟ ਜਿਹੜੇ ਨੇ ਉਹ ਹਰ ਸਾਲ ਆ ਰਹੇ ਨੇ। ਔਰ ਹਾਲਾਂਕਿ ਜਦੋਂ UN ਆਪਣੀਆਂ ਰਿਪੋਰਟਸ ਦਾ ਡਾਟਾ ਕਰਦਾ, ਇਹਨੂੰ ਘਟਾ ਕੇ ਦੇਖਣਾ ਚਾਹੀਦਾ ਹੈ। ਇਹਦਾ ਮਤਲਬ ਹੈ ਕਿ ਇਹ ਇੱਕ ਸੀਰੀਅਸ ਚੈਲੰਜ ਹੈ। ਔਰ ਬਾਕੀ ਮੈਂ ਹੈਰਾਨ ਹੈ ਕਿ ਪਾਕਿਸਤਾਨ ਦੇ ਉਹ ਜਿਹੜੇ ਮਜ਼ਹਬੀ ਉਲਮਾ ਨੇ ਜਾਂ ਉਹਨਾਂ ਦੇ ਸਿਆਸੀ ਲੋਕ ਜਿਹੜੇ ਵੋਟ ਨੂੰ ਇੱਜ਼ਤ ਦਿਓ ਜਾਂ ਕਰਪਸ਼ਨ ਜਾਂ ਦੂਸਰੇ ਦੀ ਗੱਲਾਂ ਹੀ ਕਰਦੇ ਨੇ, ਹੈ ਤਾਂ ਸਾਰਿਆਂ ਦੇ ਹੱਥ ਰੰਗੇ ਹੋਏ ਕਿਤੇ ਨਾ ਕਿਤੇ। ਵੀ ਇੰਨਾ ਵੱਡਾ ਚੈਲੰਜ ਇੱਕ ਇਸਲਾਮਿਕ ਮਾਸ਼ਰੇ 'ਚ ਔਰ ਇਸ ਲੈਵਲ ਦੇ ਉੱਤੇ ਡਰਗ ਐਡਿਕਸ਼ਨ ਹੈ ਔਰ ਡਿਸਟ੍ਰੀਬਿਊਸ਼ਨ ਵੀ ਇਹਨਾਂ ਦੀ ਕਾਲਜਾਂ, ਸਕੂਲਾਂ, ਯੂਨੀਵਰਸਿਟੀਆਂ 'ਚ। ਔਰ ਇਹ ਹੋ ਨਹੀਂ ਸਕਦਾ ਵੀ ਇਹਦੇ 'ਚ ਪੋਲੀਟੀਸ਼ੀਅਨ ਇਨਵੋਲਵ ਨਾ ਹੋਣ, ਬਿਊਰੋਕਰੈਟ ਨਾ ਹੋਣ, ਔਰ ਪੁਲਿਸ ਦੀ ਇਨਵੋਲਵਮੈਂਟ ਤੋਂ ਬਿਨਾਂ ਤਾਂ ਕੋਈ ਕ੍ਰਾਈਮ ਹੋ ਹੀ ਨਹੀਂ ਸਕਦਾ। ਸੋ ਇਹ ਇੱਕ ਸੀਰੀਅਸ ਗੱਲ ਹੈ। ਸੋ ਇੱਕ ਪਾਸੇ ਮੈਨੂੰ ਇਹ ਆਜ਼ਾਦੀ 'ਚੋਂ ਨਿਕਲਿਆ ਮਾਣ ਨਜ਼ਰ ਆਇਆ ਕਿ 2% ਦੁਨੀਆ ਦੇ ਟੌਪ ਸਾਇੰਟਿਸਟ ਇੱਕ ਮੁਲਕ ਦੇ ਨੇ, ਲੇਕਿਨ ਇਸ ਗੱਲ ਨੇ ਉਦਾਸ ਵੀ ਕੀਤਾ ਹੈ ਕਿ ਵੀ ਜੇ ਉਹਨਾਂ ਸੁਸਾਇਟੀਜ਼, ਮਾਸ਼ਰੇ ਦੇ ਵਿੱਚ ਲੀਡਰਸ਼ਿਪ ਇਮਾਨਦਾਰ ਜਾਂ ਨਾ ਰਹੇ ਤਾਂ ਫਿਰ ਕੀ ਹਸ਼ਰ ਹੁੰਦਾ ਹੈ ਜਵਾਨੀ ਦਾ। ਔਰ ਕਨਕਲੂਜਨ ਤੋਂ ਪਹਿਲਾਂ ਅਸੀਂ 2 ਸ਼ਲੋਕ ਭਗਤ ਕਬੀਰ ਜੀ ਦੇ ਜਿਹੜੇ ਅਸੀਂ ਰੋਜ਼ਾਨਾ ਵਿਚਾਰਦੇ ਹਾਂ। ਪਹਿਲਾ ਹੈ, ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਹੇ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਹੁਣ ਕਿਉਂਕਿ ਜਿਹੜਾ ਬ੍ਰਾਹਮਣ ਥਾਟ ਦਾ ਸੰਨਿਆਸ ਦਾ ਕਨਸੈਪਟ ਹੈ, ਬਿਲਕੁਲ ਦੁਨੀਆ ਤੋਂ ਦੌੜਨ ਦਾ, ਟੱਬਰ ਚੋਂ ਉਹਨੂੰ ਛੱਡ ਕੇ ਦੌੜਨ ਦਾ, ਔਰ ਉਸ ਦੇ ਵਿੱਚ ਵੀ ਕਿਉਂਕਿ ਹਰ ਚੀਜ਼ ਜਿਹੜੀ ਖੂਬਸੂਰਤ ਹੈ ਪਰਿਵਾਰ ਦੇ ਵਿੱਚ, ਕੇਸ ਖੂਬਸੂਰਤ ਨੇ ਹਰ ਇੱਕ ਦੇ ਵਜੂਦ ਦੇ ਨਾਲ, ਘਰ ਖੂਬਸੂਰਤ ਹੈ। ਸੋ ਇਹਨਾਂ ਨੇ ਆਪਣੇ ਆਪ ਨੂੰ ਭੱਦੇ ਲਗਾਉਣਾ ਅਗਲੀ। ਇਹਦੇ ਲਈ ਜਿਹੜਾ ਸੰਨਿਆਸੀ ਬਣਦਾ, ਜਿਹਦੇ ਲਈ ਲਫ਼ਜ਼ ਉਹਨਾਂ ਦਾ ਸੰਨਿਆਸੀ ਹੈ, ਉਹ ਪਹਿਲਾਂ ਆਪਣਾ ਸਿਰ ਮਨਾਉਂਦਾ ਸੀ ਔਰ ਫਿਰ ਸਿਰ 'ਚ ਸੁਆਹ ਪਾਣੀ, ਜਿਵੇਂ ਜੋਗੀਆਂ ਦੇ ਜਿੰਨੇ ਮੱਤ ਨੇ, ਔਰ ਇਹ ਦੱਸਣ ਦੇ ਲਈ ਕਿ ਵੀ ਅਸੀਂ ਹੁਣ ਦੁਨੀਆ ਤੋਂ ਉਪਰਾਮ, ਅਸੀਂ ਕੋਝੇ ਲੱਗਣਾ, ਅਸੀਂ ਸੋਹਣੇ ਨਹੀਂ ਲੱਗਣਾ। ਹੁਣ ਕਬੀਰ ਸਾਹਿਬ ਇਹ ਕਹਿੰਦੇ ਨੇ, ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਕਿ ਤੂੰ ਦੌੜਿਆ ਦੁਨੀਆ ਤੋਂ ਸਿਰ ਮੁਨਾ ਕੇ ਕਿ ਵੀ ਹੁਣ ਤੂੰ ਸੰਨਿਆਸੀ ਹੋ ਗਿਆ, ਪਰ ਤੇਰਾ ਜਿਹੜਾ ਜਿਹਨੂੰ ਮੁੰਡਣਾ ਸੀ, ਜਿਹਨੂੰ ਕੱਪਣਾ ਸੀ, ਉਹ ਤਾਂ ਮਨ ਸੀ ਜਿਸ ਨੂੰ ਕਾਬੂ ਕਰ, ਉਹ ਤਾਂ ਤੇਰਾ ਨਾਲ ਹੀ ਤੇਰੇ ਚਲਾ ਗਿਆ ਜਿੱਥੇ ਤੂੰ ਗਿਆ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਕਾਹਨੂੰ ਇਹ ਸਿਰ ਕਾਹਨੂੰ ਮਨਾਉਣਾ ਸੀਗਾ। ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਜਾਏ, ਕਿ ਵਿਚਾਰੇ ਸਿਰ ਦਾ ਕੀ ਕਸੂਰ ਸੀ। ਜੋ ਵੀ ਕੋਈ ਗਲਤ ਕਰਦਾ ਹੈ, ਵਕਾਰ ਕਰਦਾ, ਉਹ ਤਾਂ ਮਨ ਨਾਲ ਹੁੰਦੇ ਨੇ। ਜੋ ਕੁਛ ਕੀਆ ਸੋ ਮਨ ਕੀਆ, ਸਜ਼ਾ ਤਾਂ ਮਨ ਨੂੰ ਮਿਲਣੀ ਚਾਹੀਦੀ ਹੈ ਕਿ ਮਨ ਨੂੰ। ਔਰ ਇਹੀ ਗੁਰੂ ਸਾਹਿਬ ਨੇ ਫਰਮਾਇਆ ਇੱਕ ਥਾਂ, ਗੁਰੂ ਨਾਨਕ ਸਾਹਿਬ ਨੇ, ਮਨ ਜੀਤੇ ਜਗ ਜੀਤ, ਕਿ ਜੇ ਦੁਨੀਆ ਨੂੰ ਫਤਿਹ ਕਰਨਾ ਹੈ ਤੇ ਆਪਣੇ ਮਨ ਨੂੰ ਜਿੱਤੋ। ਔਰ ਉਹਨਾਂ ਕਿਹਾ ਵੀ ਤੂੰ ਐਵੇਂ ਵਿਚਾਰੇ ਸਿਰ ਦਾ ਜਿਹੜਾ ਉਹਨੂੰ ਮੁੰਡ ਕੇ ਰੱਖ ਦਿੱਤਾ, ਇਹ ਮਨ ਨੂੰ ਜਿੱਤਣਾ ਸੀ। ਔਰ ਦੂਸਰਾ ਸ਼ਲੋਕ ਹੈ, ਕਬੀਰ ਰਾਮ ਨਾ ਛੋੜੀਐ, ਤਨ ਤਨ ਜਾਏ ਤਾਂ ਜਾਓ, ਚਰਨ ਕਮਲ ਚਿਤ ਬੇਦਿਆ, ਰਾਮੈ ਨਾਮ ਸਮਾਓ। ਹੁਣ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ ਭਗਤ ਜਨਾਂ ਨੇ ਜਾਂ ਗੁਰੂ ਸਾਹਿਬਾਨ ਨੇ ਰਾਮ ਲਫ਼ਜ਼ ਇਸਤੇਮਾਲ ਕੀਤਾ ਤੇ ਇਹ ਸਿਆਪਤੀ ਰਾਮ ਨਹੀਂ ਹੈ, ਦਸ਼ਰਥ ਦਾ ਪੁੱਤਰ ਰਾਮ ਨਹੀਂ ਹੈ, ਇਹ ਜਾਲੀ ਇਹਨਾਂ ਹਿੰਦੂ ਤਵੀਆਂ ਦਾ ਯੁੱਧਿਆ ਵਾਲਾ ਰਾਮ ਨਹੀਂ ਹੈ। ਰਾਮ ਦਾ ਮਤਲਬ ਹੈ ਰਮਿਆ ਹੋਇਆ, ਰਮਣਾ ਹੁੰਦਾ ਹੈ ਓਮਨੀ ਪ੍ਰੈਜ਼ੈਂਟ, ਜਿਹੜੀ ਹਰ ਇੱਕ ਦੇ ਵਿੱਚ ਮੌਜੂਦ ਹੈ। ਤੇ ਕਬੀਰ ਸਾਹਿਬ ਫਰਮਾਉਂਦੇ ਨੇ, ਕਬੀਰ ਰਾਮ ਨਾ ਛੋੜੀਐ, ਤਨ ਧਨ ਜਾਏ ਤਾਂ ਜਾਓ, ਕਿ ਭਾਵੇਂ ਸਰੀਰ ਵੀ ਲੇਖੇ ਲੱਗ ਜਾਏ ਤੇ ਧਨ ਵੀ ਜਾਂਦਾ ਲੱਗੇ, ਇਹ ਦਫਾ ਹੋਣ ਸਾਰੇ ਭਾਵੇਂ, ਪਰ ਮੈਂ ਆਪਣੇ ਪਿਆਰੇ ਰੱਬ ਦਾ ਰਸਤਾ ਨਹੀਂ ਛੱਡਣਾ, ਰੱਬ ਦੀ
ਕੁਰਬਤ, ਰੱਬ ਦਾ ਪਿਆਰ, ਰੱਬ ਦੀ ਮੁਹੱਬਤ, ਉਸ ਤੋਂ ਤਨ ਔਰ ਧਨ ਦੋਨੋਂ ਕੁਰਬਾਨ ਕੀਤੇ ਜਾ ਸਕਦੇ ਨੇ। ਕਬੀਰ ਰਾਮ ਨਾ ਛੋਡੀਐ, ਤਨ ਤਨ ਜਾਏ ਤਾਂ ਜਾਓ, ਚਰਨ ਕਮਲ ਚਿਤ ਬੇਦਿਆ, ਰਾਮੈ ਨਾਮ ਸਮਾਓ। ਕਿ ਵੀ ਮੇਰਾ ਚਿੱਤ ਜਿਹੜਾ ਮਨ ਉਹ ਤਾਂ ਵਿੱਢਿਆ ਹੋਇਆ ਹੈ, ਉਹ ਤਾਂ ਵਿੰਨਿਆ ਹੋਇਆ ਹੈ ਉਸ ਰਮੇ ਹੋਏ ਵਾਹਿਗੁਰੂ ਨੇ। ਉਸ ਦੀ ਮੁਹੱਬਤ ਦੇ ਵਿੱਚ ਮੇਰਾ ਮਨ ਜਿਹੜਾ ਹੈ ਉਹ ਰਹੀ, ਕਿਉਂਕਿ ਜਦੋਂ ਇਹੀ ਕਬੀਰ ਸਾਹਿਬ ਦਾ ਕਬੀਰ ਸਤਿਗੁਰ ਸੂਰਮੇ, ਬਾਇਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ, ਪਰਾ ਕਲੇਜੇ ਛੇਕ। ਕਿ ਉਸ ਰੱਬ ਸੂਰਮੇ ਨੇ ਇਵੇਂ ਖਿੱਚ ਕੇ, ਕੰਨਾਂ ਤਾਂ ਕਹਿੰਦਾ ਸੀ ਕਮਾਨ ਖਿੱਚ ਕੇ ਐਸਾ ਤੀਰ ਪਿਆਰ ਦਾ ਵਾਇਆ। ਕਬੀਰ ਸਤਿਗੁਰ ਸੂਰਮੇ, ਬਾਇਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ। ਇੰਨਾ ਟਿਕਾਣੇ ਤੀਰ ਲੱਗਾ, ਮੇਰੇ ਦਿਲ ਦੇ ਆਰ ਪਾਰ ਹੋ ਗਿਆ, ਉਸਦੀ ਮੁਹੱਬਤ ਮੇਰੇ ਦਿਲ ਚ ਵਸ ਗਈ ਔਰ ਮੇਰੇ ਅੰਦਰ ਉਹਨੇ ਇੱਕ ਮੋਰੀ ਕਾ ਪਰਾ ਕਲੇਜੇ ਛੇਕ। ਔਰ ਉਹੀ ਕਬੀਰ ਸਾਹਿਬ ਇੱਥੇ ਯਾਦ ਦਹਾਨੀ ਕਰਵਾਉਂਦੇ ਨੇ, ਚਰਨ ਕਮਲ ਚਿਤ ਬੇਦਿਆ। ਕਮਲ ਕਹਿੰਦੇ ਨੇ ਲੋਟਸ ਫਲਾਵਰ ਨੂੰ, ਕਿ ਉਸ ਰੱਬ ਦੇ ਪਿਆਰੇ, ਬੜੀਆਂ ਕੋਮਲ ਹੁੰਦੀਆਂ ਨੇ ਲੋਟਸ ਦੀਆਂ ਪੰਖੜੀਆਂ, ਸੋਹਣੀਆਂ ਹੁੰਦੀਆਂ ਨੇ। ਕਿ ਭਾਈ ਉਸ ਦੇ ਪਿਆਰ, ਉਸ ਦੇ ਕਮਲ ਵਰਗੇ ਜਿਹੜੀ ਮੁਹੱਬਤ ਹੈ ਉਸ ਦੇ ਚਰਨਾਂ ਦੀ, ਉਹਦੇ ਨਾਲ ਮੈਂ ਜੁੜ ਗਿਆ। ਰਾਮੈ ਨਾਮ ਸਮਾਓ। ਔਰ ਮੈਂ ਉਸ ਰਮੇ ਹੋਏ ਦੇ ਨਾਂ ਦੇ ਵਿੱਚ, ਰੱਬ ਦੇ ਚਰਨ, ਰੱਬ ਦੀ ਕੁਰਬਤ, ਰੱਬ ਦਾ ਨਾਂ ਹੈ। ਰੱਬ ਦੇ ਨਾਲ ਤੁਹਾਨੂੰ ਹੋਰ ਕੋਈ ਨਜ਼ਰ ਹੀ ਨਹੀਂ ਆਉਂਦੀ, ਜਿਹਨੂੰ ਉਹ ਕਹਿੰਦੇ ਨੇ ਕਿ ਵੀ ਅੱਲਾਹੂ ਦਾ ਆਵਾਜ਼ਾ ਆਵੇ ਫਕਰਾਂ ਦੀ ਕੁੱਲੀ ਦੇ ਵਿੱਚੋਂ। ਕਿਉਂਕਿ ਰੱਬ ਤੋਂ ਬਿਨਾਂ ਤੇ ਹੋਰ ਕੋਈ ਚੀਜ਼ ਜਿਹੜੀ ਆ ਉਹ ਆਵਾਜ਼ ਆਂਦੀ ਨਹੀਂ ਹੈ। ਔਰ ਕਬੀਰ ਸਾਹਿਬ ਵੀ ਇਹੀ ਕਹਿੰਦੇ ਨੇ, ਰਾਮੈ ਨਾਮ ਸਮਾਓ, ਕਿ ਮੇਰੇ ਅੰਦਰ ਸਿਰਫ ਤੇ ਸਿਰਫ ਰੱਬ ਦੀ ਮੁਹੱਬਤ ਤੇ ਉਸ ਦਾ ਨਾਂ ਹੈ। ਜੀ ਨਾਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦਿਖਤੀ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।